ਸ਼ਾਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਿਆਰ ਭਰਾ ਸਤਿ ਸ਼੍ਰੀ ਅਕਾਲ। ਗੱਲ ਕਰਨ ਜਾ ਰਹੇ ਹਾਂ ਕਪੂਰਥਲਾ ਦੀ। ਫਰੰਟ ਅਗੇਨਸਟ NPS ਇਨ ਰੇਲਵੇ ਨੈਸ਼ਨਲ ਮੂਵਮੈਂਟ ਫॉर 올 ਪੈਨਸ਼ਨ ਸਕੀਮ ਦੇ ਸੱਦੇ ਤੇ RCF EMPLOYEES ਯੂਨੀਅਨ ਦੀ ਟੀਮ ਵੱਲੋਂ ਪੈਨਸ਼ਨ ਜਾਗਰੂਕਤਾ ਮਦਦ ਅਤੇ ਸਮਰਥਨ ਮੁਹਿੰਮ ਤਹਿਤ ਰੇਲਵੇ ਕੋਚ ਫੈਕਟਰੀ ਕਪੂਰਥਲਾ ਵਿਖੇ ਵਿਸ਼ਾਲ ਜਨ ਕਨਵੈਨਸ਼ਨ ਕਰਵਾਈ ਗਈ, ਜਿਸ ਵਿੱਚ ਪੰਜਾਬ ਰਾਜ ਦੇ ਕਰਮਚਾਰੀਆਂ ਦੇ ਨਾਲ ਰੇਲਵੇ ਵਿੱਚ ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੋਂ ਇਲਾਵਾ ਰੇਲਵੇ ਦੀਆਂ ਵਰਕਸ਼ਾਪਾਂ ਅਤੇ ਹੋਰ ਡਿਵੀਜ਼ਨਾਂ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਕਨਵੈਨਸ਼ਨ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ 1 ਜਨਵਰੀ 2004 ਅਤੇ ਉਸ ਤੋਂ ਬਾਅਦ ਸਰਕਾਰੀ ਨੌਕਰੀ ਵਿੱਚ ਆਏ ਮੁਲਾਜ਼ਮਾਂ ਤੋਂ ਪੈਨਸ਼ਨ ਦਾ ਹੱਕ ਖੋਹ ਕੇ ਸ਼ੇਅਰ ਬਾਜ਼ਾਰ ਆਧਾਰਿਤ ਨਵੀਂ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਗਈ। ਨਵੀਂ ਪੈਨਸ਼ਨ ਸਕੀਮ ਦਾ ਉਦੇਸ਼ ਅਸਲ ਵਿੱਚ 1991 ਵਿੱਚ ਤਤਕਾਲੀ ਪ੍ਰਧਾਨ ਸ਼੍ਰੀ ਨਰਸਿਮਹਾ ਰਾਓ ਅਤੇ ਸ਼੍ਰੀ ਮਨਮੋਹਨ ਸਿੰਘ ਦੁਆਰਾ ਦੇਸ਼ ਉੱਤੇ ਥੋਪੀ ਗਈ ਨਵੀਂ ਉਦਾਰਵਾਦੀ ਨੀਤੀਆਂ ਦੇ ਤਹਿਤ ਕਰਮਚਾਰੀਆਂ ਦੀ ਪੈਨਸ਼ਨ ਦਾ ਨਿੱਜੀਕਰਨ ਕਰਨਾ ਸੀ। ਦੂਜੇ ਪਾਸੇ ਦੇਸ਼ ਵਿੱਚ ਸੁਪਰੀਮ ਕੋਰਟ ਅਤੇ ਇੰਟਰਨੈਸ਼ਨਲ ਟ੍ਰੇਡ ਯੂਨੀਅਨ ਦਾ ਸਪਸ਼ਟ ਮੰਨਣਾ ਹੈ ਕਿ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਮਾਲਕ ਜਾਂ ਸਰਕਾਰ ਵੱਲੋਂ ਦਿੱਤੀ ਗਈ ਕੋਈ ਖੈਰਾਤ ਨਹੀਂ ਹੈ। ਇਹ ਮੁਲਾਜ਼ਮਾਂ ਦੀ ਜਾਇਦਾਦ ਅਤੇ ਪੂੰਜੀ ਹੈ, ਜਿਸ ਨੂੰ ਰੋਕਿਆ ਨਹੀਂ ਜਾ ਸਕਦਾ ਜਾਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਕਿਤੇ ਹੋਰ ਨਿਵੇਸ਼ ਨਹੀਂ ਕੀਤਾ ਜਾ ਸਕਦਾ। ਪੈਨਸ਼ਨ ਮੁਲਾਜ਼ਮਾਂ ਦੀ ਉਹ ਤਨਖਾਹ ਹੈ ਜੋ ਉਹਨਾਂ ਨੂੰ ਨੌਕਰੀ ਦੇ ਦੌਰਾਨ ਨਹੀਂ ਦਿੱਤੀ ਜਾਂਦੀ। ਇਹ ਸਾਡੀ ਬਦਕਿਸਮਤੀ ਹੈ ਕਿ ਦੇਸ਼ ਦੇ ਸਾਰੇ ਰਾਜਨੇਤਾ, ਸੰਸਦ ਮੈਂਬਰ ਅਤੇ ਵਿਧਾਇਕ 5 ਸਾਲ ਦੀ ਸੇਵਾ ਕਰਨ ਤੋਂ ਬਾਅਦ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਲਾਭ ਲੈਣ ਲਈ ਹੱਕਦਾਰ ਬਣ ਜਾਂਦੇ ਨੇ। ਪਰ ਬੜੇ ਦੁੱਖ ਅਤੇ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਮੁਲਾਜ਼ਮ ਨੂੰ 60 ਸਾਲ ਦੀ ਉਮਰ ਤੱਕ ਵੱਖ-ਵੱਖ ਸੰਸਥਾਵਾਂ ਅਤੇ ਮੰਤਰਾਲੇ ਵਿੱਚ ਲਗਾਤਾਰ ਸੇਵਾਵਾਂ ਨਿਭਾਉਣ ਦੇ ਬਾਵਜੂਦ ਉਹ ਬੁਢਾਪੇ ਤੱਕ ਪਹੁੰਚ ਕੇ ਇਹ ਮਹੱਤਵਪੂਰਨ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ। ਮੈਂ ਅਮਰੀਕ ਸਿੰਘ, ਰਾਸ਼ਟਰੀ ਕਨਵੀਨਰ ਫਰੰਟ ਅਗੇਂਸਟ NPS ਸੰਯੁਕਤ ਸਚਿਵ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ। ਜਿਹੜੀ ਪੁਰਾਣੀ ਪੈਨਸ਼ਨ ਸਕੀਮ ਹੈ ਇਹ ਡਿਫਾਈਨਡ ਬੈਨੀਫਿਟ ਹੈ, ਯਾਨੀ ਨਿਸ਼ਚਿਤ ਲਾਭ ਦੀ ਸਕੀਮ ਹੈ। ਜਿਹੜੀ ਨਵੀਂ ਪੈਨਸ਼ਨ ਸਕੀਮ ਹੈ ਉਹ ਨਿਸ਼ਚਿਤ ਕਟੌਤੀ ਦੀ ਸਕੀਮ ਹੈਗੀ ਹੈ। ਜਦੋਂ ਇਹ ਬਿੱਲ ਆਰਡੀਨੈਂਸ ਨੂੰ ਪੇਸ਼ ਕੀਤਾ ਗਿਆ ਸੀ 2003 ਦੇ ਵਿੱਚ, ਤੇ ਭਾਰਤ ਸਰਕਾਰ ਨੇ ਕਿਹਾ ਸੀ ਕਿ ਅਸੀਂ ਪੈਨਸ਼ਨ ਦਾ ਬੋਝ ਸਿਰ ਤੋਂ ਉਤਾਰਨ ਦੇ ਲਈ ਇੱਕ ਨਵਾਂ ਪ੍ਰਾਵਧਾਨ ਕਰ ਰਹੇ ਹਾਂ, ਜਿਹੜਾ ਨਿਸ਼ਚਿਤ ਲਾਭ ਦੀ ਜਗ੍ਹਾ ਨਿਸ਼ਚਿਤ ਕਟੌਤੀ ਦੇ ਆਧਾਰਿਤ ਹੋਏਗਾ। ਜੇ ਅਸੀਂ ਪੈਨਸ਼ਨ ਲੈਣੀ ਹੈ ਤਾਂ ਸਾਨੂੰ ਇਹਦੇ 'ਚ ਕੰਟਰੀਬਿਊਸ਼ਨ ਕਰਨੀ ਪਏਗੀ। ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਸਾਨੂੰ ਕੋਈ ਕੰਟਰੀਬਿਊਸ਼ਨ ਨਹੀਂ ਕਰਨੀ ਪੈਂਦੀ। ਜਦੋਂ ਅਸੀਂ ਰਿਟਾਇਰ ਹੁੰਦੇ ਹਾਂ, ਸਾਡੇ ਸਾਥੀ ਕੈਲਕੂਲੇਸ਼ਨ ਕਰ ਸਕਦੇ ਆ ਕਿ ਮੈਂ ਜਦੋਂ ਜਿਹੜੀ ਲਾਸਟ ਸੈਲਰੀ ਲੈ ਰਿਹਾ ਉਹਦਾ ਲਗਭਗ 50% ਮੇਰੀ ਪੈਨਸ਼ਨ ਹੋਣੀ ਆ, ਪਰੰਤੂ ਜਦੋਂ ਅਸੀਂ ਰਿਟਾਇਰ ਹੋਣਾ ਸਾਡੀ ਪੈਨਸ਼ਨ ਜਿਹੜੀ ਆ ਉਹ ਸ਼ੇਅਰ ਮਾਰਕੀਟ ਦੇ ਹਵਾਲੇ ਆ। ਜਦੋਂ ਮੁਨਾਫਾ ਖਾਣਾ ਉਹ ਤਾਂ ਵੱਡੇ ਪੂੰਜੀਪਤੀ ਖਾਣਗੇ, ਪਰੰਤੂ ਜਦੋਂ ਅਸੀਂ ਰਿਟਾਇਰ ਹੋਣਾ ਉਦੋਂ ਸ਼ੇਅਰ ਮਾਰਕੀਟ ਧੜਾਮ ਕਰਕੇ ਡਿੱਗੀ ਹੋਣੀ ਆ ਤੇ ਸਾਡੇ ਜਿਹੜੇ ਪੱਲੇ ਆ ਉਹ ਰੋਣੇ ਪੈਣੇ ਨੇ। RCF ਦੇ ਵਿੱਚ ਜਿਹੜੀ ਨਵੀਂ ਪੈਨਸ਼ਨ ਦੀ ਤਸਵੀਰ ਹੈ 523 ਰੁਪਈਏ, 753 ਰੁਪਈਏ, 1044 ਰੁਪਈਏ ਇਹ ਪੈਨਸ਼ਨ ਹੈ। ਪੈਨਸ਼ਨ ਦੇ ਨਾਂ ਦੇ ਉੱਪਰ ਸਾਡੇ ਨਾਲ ਮਜ਼ਾਕ ਕੀਤਾ ਜਾ ਰਿਹਾ, ਸਾਡਾ ਬੁਢਾਪਾ ਰੋਲਿਆ ਜਾ ਰਿਹਾ। ਸਾਡੇ ਕੋਲ ਰਿਟਾਇਰਮੈਂਟ ਤੋਂ ਬਾਅਦ ਜ਼ਿੰਦਗੀ ਜੀਣ ਦਾ ਹੋਰ ਕੋਈ ਵਸੀਲਾ ਨਹੀਂ ਆ, ਸਾਡੇ ਕੋਲ ਕੋਈ ਸੰਸਾਧਨ ਨਹੀਂ ਆ, ਪਰੰਤੂ ਇਸ ਦੇ ਰਾਜਨੀਤਿਕ ਲੋਕ ਜਿਹੜੇ ਅਰਬਾਂ ਖਰਬਾਂ ਪਤੀ ਨੇ, ਜਿਹੜੇ ਘੁਟਾਲੇ ਕਰਦੇ ਨੇ, ਜਿਹਨਾਂ ਦੇ ਸਵਿਸ ਬੈਂਕਾਂ ਦੇ ਵਿੱਚ ਅਕਾਊਂਟ ਨੇ, ਉਹਨਾਂ ਦੇ ਲਈ 4-4, 5-5, 10-10 ਪੈਨਸ਼ਨਾਂ ਉਹਨਾਂ ਦੇ ਹੱਕ ਰਾਖਵੇਂ ਨੇ। ਸਾਡਾ ਸਵਾਲ ਹੈ ਕਿ ਇਸ ਦੇਸ਼ ਦੇ ਵਿੱਚ ਜਦੋਂ ਇੱਕ ਵਿਧਾਨ ਹੈ ਤੇ ਦੋ ਪੈਨਸ਼ਨਾਂ ਦੇ ਹੱਕ ਕਿਵੇਂ ਹੋ ਸਕਦੇ ਨੇ, 2 ਪੈਨਸ਼ਨਾਂ ਦੇ ਰੂਲ ਕਿਵੇਂ ਹੋ ਸਕਦੇ ਨੇ। ਅਸੀਂ ਉਸੇ ਗੱਲ ਦੇ ਲਈ ਅੱਜ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੇ ਲਈ ਜਨ ਕਨਵੈਨਸ਼ਨ ਰੱਖੀ ਹੈ, ਔਰ ਉਮੀਦ ਹੈ ਸਾਨੂੰ ਕਿ ਪੂਰੇ ਦੇਸ਼ ਦੇ ਵਿੱਚ ਚਾਨਣ ਬਣ ਕੇ ਘੁੰਮੇਗੀ, ਪੂਰੇ ਦੇਸ਼ ਦੇ ਵਿੱਚ ਇੱਕ ਲਹਿਰ ਬਣੇਗੀ। 2024 ਤੋਂ ਪਹਿਲਾਂ ਅਸੀਂ ਭਾਰਤ ਸਰਕਾਰ ਨੂੰ, ਇੱਥੋਂ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਮਜਬੂਰ ਕਰ ਦਿਆਂਗੇ ਕਿ ਉਹ ਪੁਰਾਣੀ ਪੈਨਸ਼ਨ ਸਕੀਮ ਦਾ ਐਲਾਨ ਕਰਨਗੀਆਂ ਸਾਰੇ ਕਰਮਚਾਰੀਆਂ ਵਾਸਤੇ। ਬਿਲਕੁਲ ਅਸੀਂ 2018-19 ਦੇ ਵਿੱਚ ਜਿਹੜੀਆਂ ਵੱਡੀਆਂ ਮੂਵਮੈਂਟਾਂ ਕੀਤੀਆਂ ਨੇ, ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਸੀਂ ਕਟਹਿਰੇ ਦੇ ਵਿੱਚ ਖੜਾ ਕੀਤਾ, ਔਰ ਉਹਦਾ ਨਤੀਜਾ ਇਹ ਨਿਕਲਿਆ ਕਿ ਉਹ ਕਾਂਗਰਸ ਜਿਹਨੇ 2013 ਦੇ ਵਿੱਚ ਇਹ ਬਿੱਲ ਪਾਸ ਕਰਵਾਇਆ ਸੀ, ਉਸੇ ਕਾਂਗਰਸ ਨੇ ਅੱਜ ਰਾਜਸਥਾਨ ਤੇ ਛੱਤੀਸਗੜ੍ਹ ਦੇ ਵਿੱਚ ਯੂ ਟਰਨ ਲਿਆ, ਉੱਥੇ NPS ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਹੈ। ਹੁਣ ਅਸੀਂ ਫਿਰ ਸੰਘਰਸ਼ ਦੇ ਮੈਦਾਨ ਦੇ ਵਿੱਚ ਹਾਂ ਤੇ ਸਾਨੂੰ ਉਮੀਦ ਹੈ ਕਿ ਸਾਡਾ ਸੰਘਰਸ਼ ਜਿਹੜਾ ਇਸ ਸਮੇਂ ਦੀ ਰੂਲਿੰਗ ਪਾਰਟੀ, ਜਿਹਨੂੰ ਭਾਰਤੀ ਜਨਤਾ ਪਾਰਟੀ ਅਸੀਂ ਕਹਿ ਸਕਦੇ ਹਾਂ, ਉਹਨੂੰ ਝੁਕਾਏਗਾ ਔਰ ਉਹਨੂੰ ਮਜਬੂਰ ਕਰ ਦੇਗਾ ਕਿ ਉਹ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ। ਕਿ ਜਨਵਰੀ 2004 ਤੋਂ ਬਾਅਦ ਜਿੰਨੇ ਵੀ ਕੇਂਦਰ ਦੇ ਅਧੀਨ ਕਰਮਚਾਰੀ ਭਰਤੀ ਹੋਏ ਨੇ, ਉਹ ਚਾਹੇ ਕਰਮਚਾਰੀ ਨੇ ਚਾਹੇ ਉਹ ਅਧਿਕਾਰੀ ਨੇ, ਇਸੇ ਤਰ੍ਹਾਂ ਵੱਖ-ਵੱਖ ਰਾਜਾਂ ਦੇ ਅਧੀਨ ਉਹਨਾਂ ਦੀ ਡੇਟਾ ਦਾ ਥੋੜ੍ਹਾ ਬਹੁਤ ਫਰਕ ਹੈ। ਮੋਟੇ ਤੌਰ ਤੇ ਆਪਾਂ 1 ਜਨਵਰੀ 2004 ਕਹਿ ਸਕਦੇ ਹਾਂ। ਉਹ ਜਿੰਨੇ ਕਰਮਚਾਰੀ ਭਰਤੀ ਕੀਤੇ ਨੇ, ਅੱਜ ਦੀ ਡੇਟ ਦੇ ਵਿੱਚ ਇੱਕ ਪੱਛਮੀ ਬੰਗਾਲ ਅਜਿਹਾ ਰਾਜ ਸੂਬਾ ਸੀ ਜਿਹਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਰੱਖੀ ਸੀ, ਨਵੀਂ ਪੈਨਸ਼ਨ ਸਕੀਮ ਅਡਾਪਟ ਨਹੀਂ ਸੀ ਕੀਤੀ। ਤ੍ਰਿਪੁਰਾ ਸੀ ਜਿੱਥੇ ਖੱਬਿਆਂ ਦਾ ਰਾਜ ਸੀ, ਪਰੰਤੂ ਜਿੱਥੇ ਸਰਕਾਰਾਂ ਬਦਲਦੀਆਂ ਗਈਆਂ, ਇਹਨਾਂ ਰਵਾਇਤੀ ਪਾਰਟੀਆਂ ਦੀਆਂ ਆਉਂਦੀਆਂ ਗਈਆਂ, ਉੱਥੇ ਬਹਾਲ ਹੁੰਦੀ ਗਈ। ਹੁਣ ਯੂ ਟਰਨ ਦਾ ਦੌਰ ਹੈ। ਰਾਜਸਥਾਨ, ਛੱਤੀਸਗੜ੍ਹ, ਝਾਰਖੰਡ ਦੇ ਵਿੱਚ ਇਹ ਐਲਾਨ ਹੋ ਚੁੱਕਿਆ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ, ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਇਹਦੇ ਵਿੱਚ ਜਿਹੜੀਆਂ ਉਹ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋਣ ਦੀਆਂ ਖਬਰਾਂ ਆਉਣਗੀਆਂ। ਇਹਦੀ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਹੈ, ਉਮੀਦ ਹੈ। ਸਿੰਘ ਸੀਨੀਅਰ ਮੀਤ ਪ੍ਰਧਾਨ NMOPS ਅੱਜ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਅਤੇ ਫਰੰਟ ਅਗੇਂਸਟ NPS ਇਨ ਰੇਲਵੇ
ਸਾਂਝੇ ਰੂਪ ਦੇ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਵਿੱਚ ਇੱਕ ਵੱਡੀ ਜਿਹੜੀ ਕਨਵੈਨਸ਼ਨ ਉਹ ਪੁਰਾਣੀ ਪੈਨਸ਼ਨ ਸਕੀਮ ਨੂੰ ਪ੍ਰਾਪਤ ਕਰਨ ਦੇ ਲਈ ਤੇ ਨਵੀਂ ਪੈਨਸ਼ਨ ਸਕੀਮ ਦੇ ਖਿਲਾਫ ਇਹ ਕਨਵੈਨਸ਼ਨ ਹੋ ਰਹੀ ਹੈ। ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਇਹ ਅੰਦੋਲਨ ਹੈ NMOPS ਵੱਲੋਂ ਖੜਾ ਕੀਤਾ ਗਿਆ, ਜਿਹਦੇ ਵਿੱਚ ਸਾਡੇ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਵਿਜੇ ਕੁਮਾਰ ਬੰਧੂ ਜੀ ਜੋ ਕਿ ਲਖਨਊ ਤੋਂ ਸਪੈਸ਼ਲ ਇਸ ਪ੍ਰੋਗਰਾਮ ਨੂੰ ਅਟੈਂਡ ਕਰਨ ਲਈ ਪਹੁੰਚੇ ਨੇ। ਅੱਜ ਦੀ ਇਸ ਕਨਵੈਨਸ਼ਨ ਦਾ ਮੁੱਖ ਉਦੇਸ਼ ਇਹ ਹੈ ਕਿ NMOPS ਜੋ ਕਿ ਦੇਸ਼ ਭਰ 'ਚ ਪੁਰਾਣੀ ਪੈਨਸ਼ਨ ਸਕੀਮ ਦੀ ਲੜਾਈ ਲੜ ਰਿਹਾ ਹੈ, ਉਹਦੇ ਨਾਲ ਜਿਹੜਾ ਰੇਲਵੇ ਦਾ ਸਾਰਾ ਸਟਾਫ ਹੈ ਪੂਰੇ ਇੰਡੀਆ ਦਾ, ਉਹਨੂੰ ਇਕਜੁੱਟ ਇੱਕ ਝੰਡੇ ਥੱਲੇ ਕੀਤਾ ਜਾਵੇ ਤਾਂ ਜੋ ਪੁਰਾਣੀ ਪੈਨਸ਼ਨ ਦੀ ਲੜਾਈ ਨੂੰ ਇੱਕ ਨਵੀਂ ਰੂਪਰੇਖਾ ਦਿੰਦੇ ਹੋਏ ਕੇਂਦਰ ਸਰਕਾਰ ਦੇ ਉੱਤੇ ਚੋੜ ਕੀਤੀ ਜਾਵੇ ਤੇ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ। एनपीएस और निजीकरण खिलाफ ये आंदोलन है और ये अभियान पूरे देश में चल रहा है NMOPS के नेतृत्व में। और आज यहाँ पर जो कपूरथला के इस रेल कोच फैक्ट्री में एक शुरुआत की गई है और इसके खिलाफ पूरे देश में मुहिम चलाई जा रही है और आने वाले समय में इसका और विस्तार करते हुए देश के कोने कोने में हम लोग जाएंगे। वो रेलवे हो, सेंट्रल एम्प्लॉइज हो, स्टेट एम्प्लॉइज हो, जो भी हो, हमारा मूवमेंट है पुरानी पेंशन की बहाली और निजीकरण की समाप्ति। इस सरकार का जो काम होता है वेलफेयर स्टेट होता है, ये हमारे संविधान में लिखा हुआ है। दुर्भाग्य से सरकार इस समय उसको बिजनेस स्टेट बनाना चाहती है और इसके खिलाफ हैं, क्योंकि संविधान के खिलाफ जो चीज़ है वो हम उसके खिलाफ हैं। और वेलफेयर स्टेट को बिजनेस स्टेट बनाएगी, चाहे केंद्र सरकार हो चाहे राज्य सरकारें हो, लगातार इस पर काम कर रही हैं और ये किसी भी तरह से देश के लिए फ़ायदेमंद नहीं है। राष्ट्रीयकरण एक ऐसी प्रवृत्ति है जो देश के 80% 90% जनमानस के लिए फ़ायदेमंद है। चिकित्सा है, स्वास्थ्य है, परिवहन है, ये सब हमारे क्या है, वो मूलभूत चीज़ें हैं जो मौलिक अधिकार के अंतर्गत आते हैं। उसको संविधान चोट कर रहे हैं, वो उसको संविधान पर चोट कर रहे हैं, सरकार द्वारा लगातार किया जा रहा है। इसी का विरोध है और ये जागरूकता अभियान है, लगातार इस पर हम लोग आगे भी बढ़ेंगे। इस सरकार के ऊपर ये बात हम भगत सिंह की धरती पर खड़े हुए हैं। भगत सिंह जब बम फेंका था तो उनका मकसद किसी को मारना नहीं था, उनका मकसद था अपनी आवाज़ पहुँचाना। तो ये कह दीजिए कि कन्वेंशन से क्या होगा, निश्चित रूप से आवाज़ जाएगी। हम सब भगत सिंह के बासिंदे हैं, उनके खून के हैं, तो हम लोग उनकी परंपरा को आगे बढ़ा रहे हैं।